ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਹਿਤ ਸੰਸਾਰ ਦੇ ਵਿੱਚ। ਜਿਸ ਤਰ੍ਹਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਮਾਸਟਰ ਕੇਡਰ ਪੰਜਾਬੀ ਦਾ ਜੋ ਪੇਪਰ ਹੈ ਉਹ ਬਹੁਤ ਹੀ ਨਜ਼ਦੀਕ ਆ ਚੁੱਕਿਆ ਹੈ। ਸੋ ਅੱਜ ਅਸੀਂ ਮਾਸਟਰ ਕੇਡਰ ਦੇ ਪੰਜਾਬੀ ਦੇ ਹੀ ਪੁਰਾਣੇ ਪੇਪਰ ਨੂੰ ਹੱਲ ਕਰਾਂਗੇ। ਇਹ ਪੇਪਰ 2017 ਦੇ ਵਿੱਚ ਆਇਆ ਹੋਇਆ ਸੀ। ਸੋ ਅੱਜ ਅਸੀਂ ਉਸ ਦੇ ਪ੍ਰਸ਼ਨਾਂ ਅਤੇ ਉੱਤਰਾਂ ਬਾਰੇ ਚਰਚਾ ਕਰਾਂਗੇ ਕਿ ਕਿਹੜੇ ਪ੍ਰਸ਼ਨ ਆਏ ਸਨ। ਜੁੜੇ ਰਹੋ ਦੋਸਤੋ ਸਾਡੇ ਨਾਲ। ਆਓ ਵਧਦੇ ਹਾਂ ਅਸੀਂ ਆਪਣੇ ਇਸ ਲੈਕਚਰ ਦੇ ਵੱਲ। ਪਹਿਲਾ ਪ੍ਰਸ਼ਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਦੀ ਗਿਣਤੀ ਕਿੰਨੀ ਹੈ? ਤਾਂ ਇਸ ਦਾ ਸਹੀ ਉੱਤਰ ਹੈ 22। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਇਆ ਕਿਹੜੇ ਸੰਨ 'ਚ ਹੋਇਆ ਸੀ? ਸੋ ਇਹ 1604 ਈਸਵੀ ਵਿੱਚ ਹੋਇਆ ਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਜੋ ਸੰਪਾਦਨ ਸੀ ਉਹ ਕਰਾਇਆ ਸੀ। ਇਸ ਤੋਂ ਅਗਲਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ? ਇਸ ਦਾ ਸਹੀ ਉੱਤਰ ਹੈ ਸ੍ਰੀ ਰਾਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਹਨ ਕੁੱਲ। ਇਸ ਤੋਂ ਅਗਲਾ ਪ੍ਰਸ਼ਨ ਹੈ, ਖਾਲਸੇ ਦੀ ਸਾਜਨਾ ਹੋਈ ਸੀ। ਦੋਸਤੋ ਖਾਲਸੇ ਦੀ ਸਾਜਨਾ 1699 ਈਸਵੀ ਵਿੱਚ ਹੋਈ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਦੀ ਸਿਰਜਣਾ ਕੀਤੀ ਸੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦਾ ਕਰਤਾ ਹੈ। ਇਸ ਦਾ ਉੱਤਰ ਹੈ ਕਾਹਨ ਸਿੰਘ ਨਾਭਾ। ਭਾਈ ਕਾਹਨ ਸਿੰਘ ਨਾਭਾ ਨੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀ ਸਿਰਜਣਾ ਕੀਤੀ। ਆਸਾ ਦੀ ਵਾਰ ਕਿਸ ਧੁਨੀ ਉੱਪਰ ਗਾਇਨ ਕਰਨ ਦਾ ਆਦੇਸ਼ ਹੈ? ਇਸ ਦਾ ਸਹੀ ਉੱਤਰ ਹੈ ਟੁੰਡੇ ਅਸਰਾਜੇ ਦੀ। ਸ਼੍ਰੀ ਦਾਸੂ ਜੀ ਅਤੇ ਸ਼੍ਰੀ ਤਾਤੂ ਜੀ ਦੇ ਪਿਤਾ ਦਾ ਨਾਮ ਹੈ। ਇਸ ਦਾ ਸਹੀ ਉੱਤਰ ਹੈ ਗੁਰੂ ਅੰਗਦ ਦੇਵ ਜੀ। ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਹੈ? ਸਹੀ ਉੱਤਰ ਹੈ ਸੁਖਮਣੀ ਸਾਹਿਬ ਵਿੱਚ। ਇਸ ਤੋਂ ਅਗਲਾ ਪ੍ਰਸ਼ਨ ਹੈ, ਸੀ ਅਰਫੀ ਕਾਵਿ ਰੂਪ ਵਿੱਚ ਕਿਸ ਸੂਫੀ ਕਵੀ ਨੇ ਇੱਥੇ ਕਾਵਿ ਜੋ ਗਲਤ ਲਿਖਿਆ ਹੈ ਕਵੀ ਨੇ ਰਚਨਾ ਕੀਤੀ ਹੈ? ਤਾਂ ਇਸ ਦਾ ਸਹੀ ਉੱਤਰ ਹੈ ਸੁਲਤਾਨ ਬਾਹੂ। ਦੋਸਤੋ ਇਸ ਤੋਂ ਅਗਲਾ ਪ੍ਰਸ਼ਨ ਹੈ, ਜਨਮ ਸਾਖੀ ਹੁੰਦੀ ਹੈ, ਇਹ ਜੀਵਨੀ ਹੁੰਦੀ ਹੈ ਇੱਕ ਤਰ੍ਹਾਂ ਦੀ। ਪੰਜਾਬੀ ਸਾਹਿਤ ਦਾ ਪਿਤਾਮਾ ਅਤੇ ਪਹਿਲਾ ਸੂਫੀ ਕਵੀ ਕੌਣ ਹੈ? ਤਾਂ ਇਸ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ, ਸ਼ੇਖ ਬਾਬਾ ਫਰੀਦ ਜੀ। ਇਸ ਤੋਂ ਅਗਲਾ ਜੋ ਪ੍ਰਸ਼ਨ ਹੈ, ਬੁੱਲੇ ਸ਼ਾਹ ਦਾ ਮੁਰਸ਼ਦ ਕੌਣ ਸੀ? ਤਾਂ ਸਹੀ ਉੱਤਰ ਹੈ ਸ਼ਾਹ ਇਨਾਇਤ। ਪੀਲੂ ਨੇ ਮਸ਼ਹੂਰੀ ਕਿਸ ਕਿੱਸੇ ਨਾਲ ਜ਼ਿਆਦਾ ਹੋਈ ਹੈ? ਦੋਸਤੋ ਇੱਥੇ ਪੰਜਾਬੀ ਦੇ ਪੇਪਰ ਵਿੱਚ ਕਾਫੀ ਜ਼ਿਆਦਾ ਮਿਸਟੇਕਾਂ ਹਨ। ਸੋ ਪੀਲੂ ਦੀ ਮਸ਼ਹੂਰੀ ਕਿਸ ਕਿੱਸੇ ਨਾਲ ਹੋਈ ਹੈ, ਇਸ ਦਾ ਅਰਥ ਇਹ ਹੈ ਤਾਂ ਸਹੀ ਉੱਤਰ ਹੈ ਮਿਰਜ਼ਾ ਸਾਹਿਬਾ, ਤੇ ਇਹ ਉਹਨਾਂ ਨੇ ਸੱਦ ਦੇ ਰੂਪ ਵਿੱਚ ਲਿਖਿਆ ਹੈ। ਇਸ ਤੋਂ ਅਗਲਾ ਹੈ, ਸੂਫੀ ਮਤ ਦਾ ਸੰਬੰਧ ਕਿਸ ਧਰਮ ਨਾਲ ਹੈ? ਸਹੀ ਉੱਤਰ ਹੈ ਇਸਲਾਮ। ਹਾਸ਼ਮ ਨੇ ਕਿੱਸਾ ਸੱਸੀ ਪੁੰਨੂ ਦੀ ਰਚਨਾ ਕੀਤੀ ਹੈ। ਸਹੀ ਉੱਤਰ ਹੈ ਦਵਈਆ ਛੰਦ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿੱਸਾ ਸ਼ਬਦ ਕਿਸ ਭਾਸ਼ਾ ਦਾ ਹੈ? ਤਾਂ ਇਸ ਦਾ ਸਹੀ ਉੱਤਰ ਹੈ ਅਰਬੀ ਭਾਸ਼ਾ ਦਾ। ਕਿਸ ਕਿੱਸਾ ਨਾਇਕ ਨੇ ਇਸ਼ਕ ਦੀ ਖਾਤਰ ਕੰਨ ਪੜਵਾਏ? ਤਾਂ ਇਸ ਦਾ ਉੱਤਰ ਹੈ ਰਾਂਝਾ। ਕਿੱਸੇ ਵਿੱਚ ਪ੍ਰਧਾਨ ਰਸ ਵਜੋਂ ਵਰਤਿਆ ਜਾਂਦਾ ਹੈ ਸ਼ਿੰਗਾਰ ਰਸ। ਕਿੱਸੇ ਦਾ ਆਰੰਭ ਕਿਸ ਤੋਂ ਹੁੰਦਾ ਹੈ? ਤਾਂ ਇਸ ਦਾ ਉੱਤਰ ਹੈ ਮੰਗਲਾ ਚਰਨ ਤੋਂ। ਇਸ ਤੋਂ ਅਗਲਾ ਪ੍ਰਸ਼ਨ ਹੈ, ਪੰਜਾਬੀ ਵਿੱਚ ਪਹਿਲੀ 20 ਰਸੀ ਵਾਰ ਕਿਹੜੀ ਹੈ? ਇਸ ਦਾ ਸਹੀ ਉੱਤਰ ਹੈ ਚੰਡੀ ਦੀ ਵਾਰ ਅਤੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚੀ ਹੈ। ਇਸ ਤੋਂ ਅਗਲਾ ਹੈ, ਵਾਰ ਕੀ ਹੈ? ਵਾਰ ਦੋਸਤੋ ਇੱਕ ਕਾਵਿ ਰੂਪ ਹੈ। ਵਾਰ ਨੂੰ ਲਿਖਿਆ ਜਾਂਦਾ ਹੈ ਤਾਂ ਵਾਰ ਨੂੰ ਪੌੜੀਆਂ ਵਿੱਚ ਲਿਖਿਆ ਜਾਂਦਾ ਹੈ ਅਤੇ ਇਸ ਲਈ ਦੋ ਬੜੇ ਪ੍ਰਸਿੱਧ ਛੰਦ ਹਨ, ਨਿਸ਼ਾਨੀ ਤੇ ਸਿਰਖੰਡੀ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਹੈ? ਤਾਂ ਇਹ ਭਾਈ ਸੰਤੋਖ ਸਿੰਘ ਜੀ ਹਨ। ਆਰਸੀ ਦੇ ਲੇਖਕ ਕੌਣ ਹਨ? ਤਾਂ ਆਰਸੀ ਦੇ ਲੇਖਕ ਤੇਜਾ ਸਿੰਘ ਜੀ ਹਨ। ਗੁਰੂ ਨਾਨਕ ਚਮਤਕਾਰ ਕਿਸ ਨੇ ਲਿਖਿਆ ਹੈ? ਇਹ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ। ਸਵੈ ਜੀਵਨੀ ਹੁੰਦੀ ਹੈ ਦੋਸਤੋ, ਇਹ ਆਤਮ ਕੇਂਦਰਿਤ ਹੁੰਦੀ ਹੈ ਕਿਉਂਕਿ ਸਵੈ ਜੀਵਨੀ ਵਿੱਚ ਕੋਈ ਵੀ ਲੇਖਕ ਜਾਂ ਸਾਹਿਤਕਾਰ ਆਪਣੇ ਬਾਰੇ ਲਿਖਦਾ ਹੈ। ਇਸ ਤੋਂ ਅਗਲਾ ਦੋਸਤੋ ਪ੍ਰਸ਼ਨ ਹੈ, ਧਰਤੀ ਹੇਠਲਾ ਬੌਲਦ ਕਹਾਣੀ ਦਾ ਲੇਖਕ ਹੈ? ਸਹੀ ਉੱਤਰ ਹੈ ਕੁਲਵੰਤ ਸਿੰਘ ਵਿਰਕ।
ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ਹੈ। ਨਿੱਕੀ ਕਹਾਣੀ। ਕਹਾਣੀ ਵਿੱਚ ਗੋਂਦ ਤੋਂ ਭਾਵ ਹੈ ਘਟਨਾਵਾਂ ਦੀ ਤਰਤੀਬ। ਇਕਾਂਗੀ ਨਾਟਕ ਵਿੱਚ ਕਿੰਨੇ ਅੰਗ ਹੁੰਦੇ ਹਨ? ਤਾਂ ਇਕਾਂਗੀ ਵਿੱਚ ਇੱਕ ਹੀ ਅੰਗ ਹੁੰਦਾ ਹੈ। ਰਾਸ ਲੀਲਾ ਕਹਾਣੀ ਦਾ ਲੇਖਕ ਹੈ ਸੁਜਾਨ ਸਿੰਘ। ਰਾਸ ਲੀਲਾ ਕਹਾਣੀ ਦਾ ਲੇਖਕ ਹੈ ਦੋਸਤੋ ਸੁਜਾਨ ਸਿੰਘ। ਇਸ ਤੋਂ ਅਗਲਾ ਪ੍ਰਸ਼ਨ ਹੈ ਗੁਲਬਾਨੋ ਕਹਾਣੀ ਦਾ ਲੇਖਕ ਹੈ। ਤਾਂ ਇਹ ਅਜੀਤ ਕੌਰ ਜੀ ਦੀ ਬਹੁਤ ਹੀ ਮਸ਼ਹੂਰ ਕਹਾਣੀ ਹੈ। ਇਸ ਤੋਂ ਬਾਅਦ ਹੈ ਜਸਵੰਤ ਸਿੰਘ ਕੰਵਲ ਕਿਸ ਪ੍ਰਵਿਰਤੀ ਨਾਲ ਸੰਬੰਧਿਤ ਹੈ? ਤਾਂ ਜਸਵੰਤ ਸਿੰਘ ਸਾਡੇ ਪੰਜਾਬੀ ਦੇ ਬਹੁਤ ਹੀ ਵੱਡੇ ਨਾਵਲਕਾਰ ਹਨ ਅਤੇ ਇਹ ਪ੍ਰਗਤੀਵਾਦੀ ਪ੍ਰਵਿਰਤੀ ਨਾਲ ਸੰਬੰਧ ਰੱਖਦੇ ਹਨ। ਇਸ ਤੋਂ ਅਗਲਾ ਪ੍ਰਸ਼ਨ ਹੈ ਤੂਤਾਂ ਵਾਲਾ ਖੂਹ ਨਾਵਲ ਦਾ ਲੇਖਕ ਕੌਣ ਹੈ? ਸਹੀ ਉੱਤਰ ਹੈ ਸੋਹਣ ਸਿੰਘ ਸ਼ੀਤਲ। ਅੰਨੇ ਘੋੜੇ ਦਾ ਦਾਨ ਕਿਸ ਦੀ ਰਚਨਾ ਹੈ? ਤਾਂ ਇਹ ਗੁਰਦਿਆਲ ਸਿੰਘ ਜੀ ਦੀ ਰਚਨਾ ਹੈ। ਪਵਿੱਤਰ ਪਾਪੀ ਕੀ ਹੈ? ਤਾਂ ਇਹ ਨਾਵਲ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਕਿਹੜੀ ਰਚਨਾ ਨਾਵਲ ਹੈ? ਤਾਂ ਪ੍ਰਤਾਪੀ ਨਾਵਲ ਹੈ। ਕਿਸ ਨਾਵਲ ਉੱਪਰ ਪੰਜਾਬੀ ਫਿਲਮ ਬਣੀ ਹੋਈ ਹੈ? ਮੜੀ ਦਾ ਦੀਵਾ ਉੱਪਰ ਪੰਜਾਬੀ ਫਿਲਮ ਬਣੀ ਹੋਈ ਹੈ ਦੋਸਤੋ। ਉਸ ਤੋਂ ਬਾਅਦ ਹੈ ਪੰਜਾਬੀ ਗਲਪ ਦਾ ਮੋਢੀ ਹੈ। ਤਾਂ ਇਹ ਭਾਈ ਵੀਰ ਸਿੰਘ ਜੀ ਹਨ। ਇਹਨਾਂ ਨੇ ਹੀ ਪੰਜਾਬੀ ਦੇ ਵਿੱਚ ਨਾਵਲਾਂ ਦੀ ਜੋ ਸਿਰਜਣਾ ਪਹਿਲੀ ਕੀਤੀ ਸੀ। ਸੋ ਇਸ ਤੋਂ ਬਾਅਦ ਹੈ ਨਾਵਲ ਦੀ ਪਰਿਭਾਸ਼ਾ ਬਾਰੇ ਕੁਝ ਤੱਥ ਹਨ। ਤਾਂ ਮਨੁੱਖ ਦੇ ਸੁਪਨਿਆਂ ਤੇ ਪ੍ਰਸਥਿਤੀਆਂ ਦੇ ਲੰਮੇ ਤਣਾਅ ਨੂੰ ਚਿੱਤਰਾਂ ਵਾਲਾ ਵਾਰਤਕ ਬਿਰਤਾਂਤ ਹੈ ਜੋ ਨਾਵਲ ਹੈ। ਇਹ ਬਿਲਕੁਲ ਠੀਕ ਬੈਠਦਾ ਹੈ। ਇਸ ਤੋਂ ਬਾਅਦ ਹੈ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ? ਤਾਂ ਇਹ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਸੁੰਦਰੀ ਹੈ ਜਿਸ ਨੂੰ ਭਾਈ ਵੀਰ ਸਿੰਘ ਜੀ ਨੇ ਲਿਖਿਆ ਸੀ। ਇਸ ਤੋਂ ਅਗਲਾ ਪ੍ਰਸ਼ਨ ਹੈ ਪੰਜਾਬੀ ਦਾ ਪਹਿਲਾ ਨਾਟਕਕਾਰ ਕੌਣ ਹੈ? ਤਾਂ ਪੰਜਾਬੀ ਦਾ ਪਹਿਲਾ ਨਾਟਕਕਾਰ ਈਸ਼ਵਰ ਚੰਦਰ ਨੰਦਾ ਜੀ ਨੂੰ ਮੰਨਿਆ ਜਾਂਦਾ ਹੈ। ਇਹਨਾਂ ਨੂੰ ਆਈਸੀ ਨੰਦਾ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਜੋ ਪਹਿਲਾ ਨਾਟਕ ਸੀ ਉਸਨੂੰ ਸੁਹਾਗ ਜਾਂ ਦੁਲਹਨ ਵੀ ਕਹਿ ਲਿਆ ਜਾਂਦਾ ਹੈ। ਨਾਟਕ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਕਿਹੜਾ ਵੱਖਰਾ ਤੱਤ ਹੈ? ਤਾਂ ਇਸ ਦੇ ਵਿੱਚ ਰੰਗਮੰਚ ਹੈ ਦੋਸਤੋ। ਅਗਲਾ ਪ੍ਰਸ਼ਨ ਹੈ ਲੋਹਾ ਕੁੱਟ ਨਾਟਕ ਦਾ ਲੇਖਕ ਹੈ। ਸਹੀ ਉੱਤਰ ਹੈ ਬਲਵੰਤ ਗਾਰਗੀ। ਪੰਜਾਬੀ ਨਾਟਕ ਦੀ ਨਕੜਦਾਦੀ ਕੌਣ ਹੈ? ਇਹ ਨੋਰਾ ਰਿਚਰਡਜ਼ ਜੋ ਹੈ ਉਹਨਾਂ ਨੂੰ ਪੰਜਾਬੀ ਦੀ ਨਾਟਕ ਦੀ ਨਕੜਦਾਦੀ ਕਿਹਾ ਜਾਂਦਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਪੰਜਾਬੀ ਨਾਟਕ ਨੂੰ ਪਿੰਡ ਪੱਧਰ ਤੱਕ ਲੈ ਜਾਣ ਵਾਲਾ ਨਾਟਕਕਾਰ ਕਿਹੜਾ ਹੈ? ਤਾਂ ਇਹ ਸਨ ਗੁਰਸ਼ਰਨ ਭਾਜੀ। ਅਗਲਾ ਹੈ ਰੇਖਾ ਚਿੱਤਰ ਕਿਸ ਦੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਹੁੰਦਾ ਹੈ? ਰੇਖਾ ਚਿੱਤਰ ਕਿਸੇ ਦੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਹੁੰਦਾ ਹੈ। ਤਾਂ ਇਹ ਹੈ ਕਲਾਤਮਕ ਬਿਆਨ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ ਬਾਲ ਮਨੋਵਿਗਿਆਨ ਨਾਲ ਕਿਹੜੀ ਕਹਾਣੀ ਸੰਬੰਧਿਤ ਹੈ? ਸਹੀ ਉੱਤਰ ਹੈ ਕੁਲਫੀ। ਆਲੋਚਨਾ ਹੁੰਦੀ ਹੈ ਦੋਸਤੋ। ਆਲੋਚਨਾ ਰਚਨਾ ਕੇਂਦਰਿਤ ਹੁੰਦੀ ਹੈ, ਸਮਾਜ ਕੇਂਦਰਿਤ ਹੁੰਦੀ ਹੈ, ਆਤਮ ਕੇਂਦਰਿਤ ਹੁੰਦੀ ਹੈ ਜਾਂ ਪਾਠਕ ਕੇਂਦਰਿਤ ਹੁੰਦੀ ਹੈ? ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਰਚਨਾ ਕੇਂਦਰਿਤ ਜ਼ਿਆਦਾਤਰ ਮੈਨੂੰ ਇਹ ਸਹੀ ਉੱਤਰ ਜਾਪਦਾ ਹੈ। ਉਸ ਤੋਂ ਬਾਅਦ ਹੈ ਪੰਜਾਬੀ ਸਾਹਿਤ ਦਾ ਮੁੱਢ ਬੱਝਾ। ਤਾਂ ਪੰਜਾਬੀ ਸਾਹਿਤ ਦਾ ਮੁੱਢ ਜੋ 8ਵੀਂ 9ਵੀਂ ਸਦੀ ਵਿੱਚ ਬੱਝਾ ਤਾਂ ਇਹ ਨਾਥਾਂ ਜੋਗੀਆਂ ਤੋਂ ਇਸ ਦਾ ਜੋ ਮੁੱਢ ਹੈ ਉਹ ਬੱਝਦਾ ਹੈ। ਨਾ ਧੁੱਪੇ ਨਾ ਛਾਵੇਂ ਦਾ ਲੇਖਕ ਕੌਣ ਹੈ? ਤਾਂ ਇਸ ਦਾ ਸਹੀ ਉੱਤਰ ਹੈ ਸਾਡੇ ਬਹੁਤ ਹੀ ਪ੍ਰਸਿੱਧ ਕਵੀ ਡਾਕਟਰ ਹਰਭਜਨ ਜੀ। ਇਸ ਤੋਂ ਅਗਲਾ ਪ੍ਰਸ਼ਨ ਹੈ ਕਿਹੜੀ ਰਚਨਾ ਜਸਵੰਤ ਸਿੰਘ ਕੰਵਲ ਦੀ ਹੈ? ਤਾਂ ਇਸ ਦਾ ਸਹੀ ਉੱਤਰ ਹੈ ਰੂਪਧਾਰਾ, ਕਿਉਂਕਿ ਪਰਸਾ ਗੁਰਦਿਆਲ ਸਿੰਘ ਦਾ ਅਤੇ ਪਵਿੱਤਰ ਪਾਪੀ ਨਾਨਕ ਸਿੰਘ ਦੇ ਨਾਵਲ ਹਨ। ਇਸ ਤੋਂ ਅਗਲਾ ਪ੍ਰਸ਼ਨ ਹੈ ਇਹਨਾਂ ਵਿੱਚੋਂ ਕਿਹੜੀ ਰਚਨਾ ਸ਼ਿਵ ਕੁਮਾਰ ਬਟਾਲਵੀ ਦੀ ਨਹੀਂ ਹੈ? ਤਾਂ ਸਹੀ ਉੱਤਰ ਹੈ ਅਲਵਿਦਾ ਤੋਂ ਪਹਿਲਾਂ, ਕਿਉਂਕਿ ਇਹ ਡਾਕਟਰ ਹਰਭਜਨ ਹੋਰਾਂ ਦੀ ਸਿਰਜਣਾ ਹੈ। ਬਿੰਬ ਜਨਮ ਲੈਂਦਾ ਹੈ। ਤਾਂ ਸਹੀ ਉੱਤਰ ਹੈ ਕਲਪਨਾ ਤੋਂ। ਦੋਸਤੋ ਅਗਲਾ ਪ੍ਰਸ਼ਨ ਹੈ ਸਾਹਿਤ ਦਾ ਮੁੱਖ ਪ੍ਰਯੋਜਨ ਕੀ ਹੁੰਦਾ ਹੈ? ਤਾਂ ਇਸ ਦਾ ਸਹੀ ਉੱਤਰ ਹੈ ਸੋਝ ਸਿਰਜਣਾ। ਰੇਖਾ ਚਿੱਤਰ ਕਿਸ ਸਾਹਿਤ ਰੂਪ ਦਾ ਅੰਗ ਹੈ? ਤਾਂ ਸਹੀ ਉੱਤਰ ਹੈ ਜੀਵਨੀ ਦਾ। ਦਿਨਾਂ ਦੇ ਆਧਾਰ ਤੇ ਕਾਵਿ ਰੂਪ ਰਚਿਆ ਜਾਂਦਾ ਹੈ। ਸਤਵਾਰਾ, ਅਠਵਾਰਾ ਅਤੇ ਪੰਦਰਵਾੜਾ। ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਬੇਵਰੇ ਕੀ ਹੈ? ਤਾਂ ਇਸ ਦਾ ਸਹੀ ਉੱਤਰ ਹੈ ਘੋੜੀ। ਇਸ ਤੋਂ ਬਾਅਦ ਹੈ 59
ਮਾਂ ਪ੍ਰਸ਼ਨ, ਇਸਤਰੀ ਨੂੰ ਬਾਗਣ ਕਿਸ ਨਾਥ ਕਵੀ ਨੇ ਕਿਹਾ ਹੈ? ਸਹੀ ਉੱਤਰ ਹੈ ਗੋਰਖਨਾਥ। ਕਿਸ ਰਚਨਾ ਵਿੱਚ ਪੰਜਾਬੀ ਸੱਭਿਆਚਾਰ ਵਧੇਰੇ ਰੂਪਮਾਨ ਹੋਇਆ ਹੈ? ਸਹੀ ਉੱਤਰ ਹੈ ਹੀਰ ਵਾਰਿਸ ਸ਼ਾਹ। ਸੱਭਿਆਚਾਰ ਵਿੱਚ ਪਰਿਵਰਤਨਸ਼ੀਲਤਾ ਹੁੰਦੀ ਹੈ। ਉਸ ਤੋਂ ਬਾਅਦ ਹੈ ਸੱਗੀ ਫੁੱਲ ਇੱਕ ਗਹਿਣਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਸਿੱਠਣੀਆਂ ਗਾਈਆਂ ਜਾਂਦੀਆਂ ਹਨ ਜੰਝ ਢੁਕਣ ਸਮੇਂ ਪਿੰਡ ਦੀ ਸਾਂਝੀ ਥਾਂ ਨੂੰ ਕਹਿੰਦੇ ਹਨ? ਸ਼ਾਮਲਾਟ। ਇਸ ਤੋਂ ਅਗਲਾ ਪ੍ਰਸ਼ਨ ਹੈ, ਲੱਕੜ ਦੇ ਸੰਦ ਬਣਾਉਣ ਵਾਲੇ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਸਹੀ ਉੱਤਰ ਹੈ ਤਰਖਾਣ। ਅਗਲਾ ਪ੍ਰਸ਼ਨ ਹੈ ਦੋਸਤੋ, ਨਿੰਦਾ ਦਾ ਵਿਰੋਧੀ ਸ਼ਬਦ ਹੈ? ਇਸ ਦਾ ਸਹੀ ਉੱਤਰ ਹੈ ਉਸਤਤ। ਪ੍ਰੇਤ ਕਥਾਵਾਂ ਵਿੱਚੋਂ ਭੂਤਾਂ ਪ੍ਰੇਤਾਂ ਤੋਂ ਬਚਾਅ ਲਈ ਵਰਤੇ ਜਾਂਦੇ ਹਨ ਮੰਤਰ? ਇਸ ਦਾ ਸਹੀ ਉੱਤਰ ਹੈ ਛਪਾਰ ਦਾ ਮੇਲਾ ਕਿਸ ਇਲਾਕੇ ਨਾਲ ਸੰਬੰਧਿਤ ਹੈ? ਇਹ ਦੋਸਤੋ ਮਾਲਵੇ ਨਾਲ ਸੰਬੰਧਿਤ ਹੈ ਅਤੇ ਲੁਧਿਆਣੇ ਜ਼ਿਲ੍ਹੇ ਵਿੱਚ ਇਹ ਪਿੰਡ ਛਪਾਰ ਵਿੱਚ ਲੱਗਦਾ ਹੈ। ਦੋਸਤੋ ਇਸ ਤੋਂ ਅਗਲਾ ਪ੍ਰਸ਼ਨ ਹੈ, ਪੰਜਾਬ ਦੀਆਂ ਲੋਕ ਖੇਡਾਂ ਹਨ ਕਬੱਡੀ, ਖਿੱਦੋ ਖੁੰਡੀ ਅਤੇ ਅੱਡੀ ਟੱਪਾ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਬਾਗ ਕੀ ਹੈ? ਦੋਸਤੋ ਬਾਗ ਕਢਾਈ ਵਾਲਾ ਸਿਰ ਦਾ ਕੱਪੜਾ ਹੈ ਅਤੇ ਇਹ ਇੱਕ ਫੁਲਕਾਰੀ ਦੀ ਕਿਸਮ ਹੈ, ਜਿਵੇਂ ਕਿ ਬਾਗ, ਸੁੱਬਰ, ਤਿਲ ਪੱਤਰਾ, ਇਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਬਹੁਤ ਸਾਰੀਆਂ ਫੁਲਕਾਰੀਆਂ ਹੁੰਦੀਆਂ ਹਨ। ਇਸ ਤੋਂ ਅਗਲਾ ਹੈ ਗੋਖੜੂ ਗਹਿਣਾ ਹੈ। ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਬਾਹਾਂ ਦਾ। ਮਾਘੀ ਕਦੋਂ ਹੁੰਦੀ ਹੈ? ਦੋਸਤੋ ਮਾਘੀ ਲੋਹੜੀ ਤੋਂ ਅਗਲੇ ਦਿਨ ਹੁੰਦੀ ਹੈ ਅਤੇ ਮਾਘੀ ਦਾ ਬਹੁਤ ਹੀ ਪ੍ਰਸਿੱਧ ਮੇਲਾ ਜੋ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ, ਜੋ ਕਿ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਦੋਸਤੋ ਇਸ ਤੋਂ ਅਗਲਾ ਪ੍ਰਸ਼ਨ ਹੈ, ਪਾਣੀ ਵਾਰ ਬੰਨੇ ਦੀਏ ਮਾਏ ਗੀਤ ਕਿਸ ਸਮੇਂ ਗਾਇਆ ਜਾਂਦਾ ਹੈ? ਤਾਂ ਇਸ ਦਾ ਸਹੀ ਉੱਤਰ ਹੈ ਡੋਲੀ ਆਉਣ ਸਮੇਂ। ਘੋੜੀ ਗੀਤ ਗਾਇਆ ਜਾਂਦਾ ਹੈ? ਤਾਂ ਇਸ ਦਾ ਸਹੀ ਉੱਤਰ ਹੈ ਭੈਣ ਵੱਲੋਂ। ਇਸ ਤੋਂ ਅਗਲਾ ਪ੍ਰਸ਼ਨ ਹੈ, ਪੰਜਾਬੀ ਪਹਿਰਾਵੇ ਤੇ ਪ੍ਰਭਾਵਸ਼ਾਲੀ ਅਸਰ ਹੈ ਇਸਲਾਮੀ? ਹਰਿਆ ਨੀ ਮਾਏ ਹਰਿਆ ਨੀ ਭੈਣੇ ਹਰਿਆ ਤਾਂ ਭਾਗੀ ਭਰਿਆ ਕੀ ਹੈ? ਦੋਸਤੋ ਇਹ ਘੋੜੀ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਵਿਆਹ ਵਿੱਚ ਛੰਦ ਕਿਸ ਨੂੰ ਸੁਣਾਏ ਜਾਂਦੇ ਹਨ? ਤਾਂ ਇਸ ਦਾ ਸਹੀ ਉੱਤਰ ਹੈ ਸਾਲੀਆਂ ਨੂੰ। ਮਰਦਾਂ ਦਾ ਗਿੱਧਾ ਕਿਸ ਇਲਾਕੇ ਨਾਲ ਸੰਬੰਧਿਤ ਹੈ? ਸਹੀ ਉੱਤਰ ਹੈ ਮਾਲਵੇ ਨਾਲ। ਇਹਨਾਂ ਵਿੱਚੋਂ ਕਿਹੜਾ ਜੁੱਟ ਲੋਕ ਸਾਜ਼ਾਂ ਦਾ ਹੈ? ਤਾਂ ਢੋਲ, ਇਕਤਾਰਾ, ਘੜਾ, ਅਲਗੋਜਾ ਤੇ ਵੰਜਲੀ ਇਹ ਲੋਕ ਸਾਜ਼ਾਂ ਦਾ ਜੁੱਟ ਹੈ। ਸੱਭਿਆਚਾਰ ਵਿੱਚ ਪਰਿਵਰਤਨ ਹੌਲੀ ਹੌਲੀ ਆਉਂਦਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਭਾਸ਼ਾ ਸੰਚਾਰ ਦਾ ਮਾਧਿਅਮ ਹੈ। ਪੰਜਾਬੀ ਵਰਣਮਾਲਾ ਵਿੱਚ ਵਿਅੰਜਨ ਹਨ? ਤਾਂ ਇਸ ਦਾ ਸਹੀ ਉੱਤਰ ਹੈ 29। ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਸਮਾਜ ਵਿੱਚੋਂ? ਪੰਜਾਬੀ ਵਿੱਚ ਸਵਰ ਧੁਨੀਆਂ ਦੀ ਗਿਣਤੀ ਹੈ 10। ਅਗਲਾ ਪ੍ਰਸ਼ਨ ਹੈ, ਕਿਹੜਾ ਸ਼ਬਦ ਨਾਮ ਤੇ ਕਿਰਿਆ ਦੋਵੇਂ ਹੈ? ਤਾਂ ਇਸ ਦਾ ਸਹੀ ਉੱਤਰ ਹੈ ਘੋਟਣਾ। ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਕਿਹਾ ਜਾਂਦਾ ਹੈ ਸਾਰਥਕ ਸ਼ਬਦ। ਉਹ ਸ਼ਬਦ ਜੋ ਕਿਸੇ ਜੀਵ, ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਨਾਮ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਸਮਾਨਾਰਥਕ ਸ਼ਬਦ ਦੱਸੋ? ਉਮੰਗ ਦਾ ਸਮਾਨਾਰਥਕ ਸ਼ਬਦ ਤਰੰਗ ਹੈ। ਵਾਕ ਨੂੰ ਪੜ੍ਹਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ, ਅਜਿਹੇ ਸਥਾਨ ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਸਹੀ ਉੱਤਰ ਹੈ ਕਾਮਾ। ਕਿਸੇ ਵਾਕ ਵਿੱਚ ਕਾਰਜ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਦੋਸਤੋ ਇਸ ਦਾ ਬੜਾ ਹੀ ਸੌਖਾ ਉੱਤਰ ਹੈ, ਜੋ ਵਾਕ ਵਿੱਚ ਜੋ ਕਾਰਜ ਕਰਦਾ ਹੈ ਉਸ ਨੂੰ ਅਸੀਂ ਕਰਤਾ ਆਖਦੇ ਹਾਂ, ਤੇ ਜਿਸ ਉੱਤੇ ਕਾਰਜ ਹੁੰਦਾ ਹੈ ਉਸ ਨੂੰ ਅਸੀਂ ਕਰਮ ਆਖਦੇ ਹਾਂ। ਇਸ ਤੋਂ ਅਗਲਾ ਪ੍ਰਸ਼ਨ ਹੈ, ਵਿਰੋਧੀ ਸ਼ਬਦ ਦੱਸੋ? ਸੁਗੰਧ ਦਾ ਵਿਰੋਧੀ ਸ਼ਬਦ ਦੁਰਗੰਧ ਹੈ ਦੋਸਤੋ। ਅਗਲਾ ਪ੍ਰਸ਼ਨ ਹੈ, ਯੋਜਕ ਲਾ ਕੇ ਵਾਕ ਮੁਕੰਮਲ ਕਰੋ। ਜੇ ਤੁਹਾਡੀ ਚਿੱਠੀ ਨਾ ਜਾਂਦੀ ਮੈਨੂੰ ਫੇਰਾ ਪੈਣਾ ਸੀ। ਇਸ ਦਾ ਸਹੀ ਉੱਤਰ ਹੈ ਤਾਂ। ਜੇ ਤੁਹਾਡੀ ਚਿੱਠੀ ਨਾ ਜਾਂਦੀ ਤਾਂ ਮੈਨੂੰ ਫੇਰਾ ਪੈਣਾ ਸੀ। ਕਿਰਿਆ ਮੁਕੰਮਲ ਕਰੋ। ਬੱਚੇ ਵਿਹੜੇ ਵਿੱਚ ਖੇਡਦੇ ਪਏ ਹਨ। ਸ਼ੁੱਧ ਸ਼ਬਦ ਦੀ ਚੋਣ ਕਰੋ। ਓਹਟੀ, ਵਹੋਟੀ, ਵੋਟੀ ਜਾਂ ਵਹੁਟੀ, ਤਾਂ ਇਸ ਦਾ ਉੱਤਰ B ਆਵੇਗਾ ਵਹੁਟੀ। ਉਸ ਤੋਂ ਅਗਲਾ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਵਿੱਚੋਂ ਸਾਰਥਕ ਸ਼ਬਦ ਕਿਹੜਾ ਹੈ?
कूपी, ढाणी, दत्त या किताब। तो इसका सही उत्तर दोस्तों किताब है। अगला प्रश्न है दोस्तों, संसार में सब तो पहला पैदा हुई संकेत लिपि, चिन्ह लिपि या वर्ण लिपि? तो सही उत्तर है चित्र लिपि। भाषा ਸਾਹਿਤ ਦਾ सही उत्तर है आदिम। बुद्ध धर्म के ग्रंथ ਵਧੇਰੇ किस भाषा ਵਿੱਚ रचे गए हैं? तो दोस्तों बुद्ध ग्रंथ जो रचे गए सन वो पाली प्रकृत ਵਿੱਚ रचे गए सन। इस तो अगला प्रश्न है दोस्तों, भारत देश है बहुत भाषाई ਜਾਂ ਬਹੁ ਭਾਸ਼ਾਈ? ये सही उत्तर है। पंजाबी भाषा ਲਈ ਢੁਕਵੀਂ लिपि ਕਿਹੜੀ है? गुरमुखी। भाववाचक नाम ਕਿਹੜਾ है? खुशी। पंजाबी ਦੇ ਉਲਟ ਜੀਬੀ ਵਿਅੰਜਨ ਹਨ ਟੈਂਕਾ, ਠੱਠਾ, ਡੱਡਾ, क्योंकि ਇਹਨਾਂ ਨੂੰ ਬੋਲਦੇ ਸਮੇਂ ਸਾਡੀ ਜੀਭ ਉਲਟੀ ਹੋ ਜਾਂਦੀ ਹੈ, ਉਲਟੀ ਹੋ ਕੇ ਤਾਂ ਜੋ ਤਾਲੂਆ ਹੈ ਉਸ ਦੇ ਨਾਲ ਲੱਗਦੀ ਹੈ, ਜੋ ਬੁੱਟ ਹਨ ਸਾਡੇ ਉਸ ਤੇ। ਇਸ ਤੋਂ ਅਗਲਾ ਹੈ ਦੋਸਤੋ ਪ੍ਰਸ਼ਨ, ਨਾ ਹੋਵੇ ਡੈਸ਼, ਨਾ ਡੈਸ਼ ਹੋਵੇ ਨਾ ਰਾਧਾ ਨੱਚੇ? ਤਾਂ ਇਸ ਦਾ ਸਹੀ ਉੱਤਰ ਹੈ ਨਾ 9 ਮਣ ਤੇਲ ਹੋਵੇ ਨਾ ਰਾਧਾ ਨੱਚੇ। अगला है, को ना चली बाबा तिहाई की है? ये दोस्तों अखान है। रोजाना अजीत अखबार का संपादक कौन है? तो दोस्तों ये जो पेपर आया सी तो उदों उन्हों का जो संपादक सी वो बलजिंदर सिंह हमदर्द जी सन रोजाना अजीत के। इस तो अगला है, माँ जम्मी ना पुत बनेरे ते बुझारत का उत्तर की है? अग ते धुआं। इस तो अगला प्रश्न है दोस्तों, पो रिद्धी माघ खाधी औखौत का संबंध है? दोस्तों इसका संबंध माघी नाल है। मुहावरा पूरा करो, पिस्सू पैने। वो आदमी जिस कोल करजा लाउण लई पैसे ना होण उसनूं कहा जाता है दिवालिया। इस तो अगला प्रश्न है दोस्तों, मुहावरा पूरा करो, गोंगलुआं तो मिट्टी झाड़ना। जद चीज़ थोड़ी होवे ते लोड़वंद बहुते तां कहा जाता है एक अनार ते 100 बीमार। पति दे वड्डे भरा नूं की कहा जाता है? सही उत्तर है जेठ। इस तो अगला प्रश्न है, जेड़ा रब नूं ना मनदा होवे उसनूं असीं की कहंदे हां जां उसनूं कहा जाता है? दोस्तों जेड़ा रब नूं ना मन्ने उसनूं नास्तिक कहा जाता है ते जो रब नूं मनदा होवे उसनूं असीं आस्तिक आखदे हां। ਜਿਹੜੀ ਜ਼ਮੀਨ ਤੇ ਕੁਛ ਨਾ ਉਗੇ उसनूं की कहा जाता है? दोस्तों उसनूं ਬੰਜਰ ਜ਼ਮੀਨ ਕਿਹਾ ਜਾਂਦਾ ਹੈ। ਕਿਸੇ ਭਾਸ਼ਾ ਨੂੰ ਪੜ੍ਹਨ ਲਈ ਬਣਾਏ ਨਿਯਮਾਂ ਦੇ ਸਮੂਹ ਨੂੰ की कहा जाता है? तो इसका सही उत्तर है व्याकरण। इस तो अगला प्रश्न है दोस्तों, पंजाबी ट्रिब्यून अखबार का संपादक कौन है? तो उस समय मैनू लगता है दोस्तों इन्हां दे जो संपादक सन वरिंदर वालिया जी सन ते हुण करंट दे विच इसका संपादक स्वराज वीर जी हैं। सो इस तो अगला प्रश्न है दोस्तों, पंजाब के महान कलाकार पुस्तक का प्रकाशक कौन है? तो इसका सही उत्तर है गुरु नानक देव यूनिवर्सिटी अमृतसर। इस तो अगला प्रश्न है दोस्तों, सन 2012 विच किस ਸਾਹਿਤਕਾਰ ਨੂੰ पद्म श्री पुरस्कार नाल सन्मानित किया गया? सही उत्तर है सुरजीत पात्र जी ਨੂੰ। इस तो अगला प्रश्न है दोस्तों, अज आखां वारिस शाह ਨੂੰ किते कबरां विचों बोल, ये पंक्ति किस दियां हन? दोस्तों ये अमृता प्रीतम जी की बहुत ही प्रसिद्ध नज़म है जो कि 1947 के बंटवारे नाल संबंधित है। संत सिंह दोस्तों डैश नूं पंजाबी दा बाबा बोर्ड कहा जाता है? तो सही उत्तर है संत सिंह सेखों। बिरख अर्ज करे काव्य संग्रह किस दी रचना है? ये सुरजीत पात्र जी की है। इन्हां विचों प्रकृति दा कवि किहड़ा है? प्रोफैसर पूरन सिंह, मोहन सिंह, भाई वीर सिंह ते किरपा सागर। दोस्तों इसका सही उत्तर भाई वीर सिंह जी है। तो प्रोफैसर पूरन सिंह जी भी प्रकृति के कवि हैं, पर ज़्यादा इसका सही उत्तर भाई वीर सिंह जी आवेगा। इस तो अगला प्रश्न है दोस्तों, सुरजीत पात्र दियां कवितावां विच इन्हां विचों की वधेरे है? तो सही उत्तर है यथार्थवाद। जगतार है, जगतार कवि हैं। उस तो बाद पंजाबी विच खुली कविता का आरंभ किसने किया? सही उत्तर है प्रोफैसर पूरन सिंह जी ने। रुबाई के कुल किन्ने चरण होंदे हन? तो सही उत्तर है 4। अगला प्रश्न है दोस्तों, गज़ल दियां पहलियां 2 तुकां नूं कहा जाता है? तो इसका सही उत्तर है मतला।
दोस्तों सुनेड़े काव्य संग्रह किस दी रचना है? ਤਾਂ ਇਸ ਦਾ ਸਹੀ ਉੱਤਰ ਹੈ ਅਮਰਤਾ ਪ੍ਰੀਤਮ ਜੀ। ਕਵਿਤਾ ਦੇ ਮੁੱਖ ਰਸ ਕਿੰਨੇ ਮੰਨੇ ਜਾਂਦੇ ਹਨ? ਸਹੀ ਉੱਤਰ ਹੈ 9। ਅਗਲਾ ਪ੍ਰਸ਼ਨ ਹੈ ਦੋਸਤੋ, ਜਵਾਨ ਪੰਜਾਬ ਦੇ ਕਵਿਤਾ ਦਾ ਲੇਖਕ ਹੈ? ਤਾਂ ਇਹ ਬਹੁਤ ਹੀ ਸੌਖਾ ਪ੍ਰਸ਼ਨ ਹੈ, ਪ੍ਰੋਫੈਸਰ ਪੂਰਨ ਸਿੰਘ ਜੀ। ਭਾਈ ਵੀਰ ਸਿੰਘ ਕੰਮ ਦੀ ਕਲਾਈ ਕਵਿਤਾ ਵਿੱਚ ਕਿਸ ਪ੍ਰਕਾਰ ਦਾ ਅਨੁਭਵ ਪੇਸ਼ ਕਰਦਾ ਹੈ? ਤਾਂ ਸਹੀ ਉੱਤਰ ਹੈ ਰਹੱਸਵਾਦੀ। ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ? ਸਹੀ ਉੱਤਰ ਹੈ ਖਡੂਰ ਸਾਹਿਬ। ਬਾਬਾ ਸ਼ੇਖ ਫਰੀਦ ਜੀ ਦਾ ਸੰਬੰਧ ਕਿਹੜੀ ਸਦੀ ਨਾਲ ਹੈ? ਇਹਨਾਂ ਨੇ ਦੋਸਤੋ 12ਵੀਂ ਸਦੀ ਠੀਕ ਕੀਤਾ ਹੈ, ਪਰ ਇਸ ਤਰੀਕੇ ਦਾ ਜੋ ਪ੍ਰਸ਼ਨ ਹੈ ਉਹ ਬਹੁਤ ਹੀ ਦੁਬਿਧਾ ਪੈਦਾ ਕਰਦਾ ਹੈ, ਕਿਉਂਕਿ 12ਵੀਂ ਅਤੇ 13ਵੀਂ ਇਹ ਦੋਨੇ ਹੀ ਉੱਤਰ ਬਿਲਕੁਲ ਠੀਕ ਹਨ, ਕਿਉਂਕਿ ਬਾਬਾ ਫਰੀਦ ਜੀ ਦਾ ਜੋ ਜਨਮ ਸੀ ਉਹ 1173 ਅਤੇ ਉਹਨਾਂ ਦੀ ਜੋ ਮੌਤ ਸੀ ਉਹ 1266 ਈਸਵੀ ਵਿੱਚ ਹੋਈ ਸੀ। ਤਾਂ ਇਸ ਕਰਕੇ 12ਵੀਂ ਅਤੇ 13ਵੀਂ ਦੋਨੇ ਹੀ ਸਹੀ ਉੱਤਰ ਬਣਦੇ ਹਨ। ਸੋ ਇਹਨਾਂ ਨੇ 12ਵੀਂ ਸਦੀ ਠੀਕ ਮੰਨਿਆ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਕਿੰਨੇ ਰਾਗਾਂ ਵਿੱਚ ਹੈ? ਸਹੀ ਉੱਤਰ ਹੈ 31। ਆਨੰਦ ਸਾਹਿਬ ਬਾਣੀ ਕਿਹੜੇ ਰਾਗ ਵਿੱਚ ਹੈ? ਸਹੀ ਉੱਤਰ ਹੈ ਰਾਮ ਕਲੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਪੰਕਤੀਆਂ ਕਿਸ ਲੇਖਕ ਦੀਆਂ ਹਨ? ਤਾਂ ਇਹਨਾਂ ਦਾ ਸਹੀ ਉੱਤਰ ਹੈ ਭਗਤ ਕਬੀਰ ਜੀ। ਇਸ ਤੋਂ ਬਾਅਦ ਹੈ ਦੋਸਤੋ, ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਰੁਕ ਕੀਤਾ ਜਾਵੇ, ਤਾਂ ਉਹ ਅਖੰਡ ਪਾਠ ਹੈ ਦੋਸਤੋ। ਇਸ ਤੋਂ ਅਗਲਾ ਪ੍ਰਸ਼ਨ ਹੈ, ਜਪਜੀ ਸਾਹਿਬ ਦੀ ਰਚਨਾ ਕਿਸ ਰਾਗ ਵਿੱਚ ਹੈ? ਤਾਂ ਜਪਜੀ ਸਾਹਿਬ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਗ ਮੁਕਤ ਬਾਣੀ ਹੈ। ਸੁਖਮਨੀ ਸਾਹਿਬ ਵਿੱਚ ਕੁੱਲ ਅਸ਼ਟਪਦੀਆਂ ਦੀ ਗਿਣਤੀ ਹੈ 24। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿਸ ਬਾਣੀ ਵਿੱਚ ਸੰਤ ਬ੍ਰਹਮ ਗਿਆਨੀ ਗੁਰਮੁਖ ਆਦਿ ਅਧਿਆਤਮਿਕ ਪਦਵੀਆਂ ਦੀ ਵਿਆਖਿਆ ਕੀਤੀ ਗਈ ਹੈ? ਤਾਂ ਇਸ ਦਾ ਸਹੀ ਉੱਤਰ ਹੈ ਸੁਖਮਨੀ ਸਾਹਿਬ ਵਿੱਚ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਆਨੰਦ ਸਾਹਿਬ ਕਿਸ ਗੁਰੂ ਦੀ ਰਚਨਾ ਹੈ? ਸਹੀ ਉੱਤਰ ਹੈ ਗੁਰੂ ਅਮਰਦਾਸ ਜੀ। ਕਿਸ ਗੁਰੂ ਸਾਹਿਬ ਨੇ ਕੇਵਲ ਸ਼ਲੋਕਾਂ ਦੀ ਰਚਨਾ ਕੀਤੀ ਹੈ? ਸਹੀ ਉੱਤਰ ਹੈ ਗੁਰੂ ਅੰਗਦ ਦੇਵ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਹੈ? ਸਹੀ ਉੱਤਰ ਹੈ 6। ਕਿਸ ਸੂਫੀ ਦਰਵੇਸ਼ ਨੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ? ਸਹੀ ਉੱਤਰ ਹੈ ਹਜ਼ਰਤ ਪੀਰ ਮੁਹੰਮਦ ਮੀਆਂ ਮੀਰ ਜੀ ਨੇ। ਅਗਲਾ ਪ੍ਰਸ਼ਨ ਹੈ ਦੋਸਤੋ, ਲੰਗਰ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਪ੍ਰਚਲਿਤ ਕੀਤੀ? ਤਾਂ ਇਸ ਦਾ ਸਹੀ ਉੱਤਰ ਹੈ ਦੋਸਤੋ, ਉਹ ਇਹਨਾਂ ਨੇ ਗੁਰੂ ਅਮਰਦਾਸ ਜੀ ਲਿਖਿਆ ਹੈ, ਤੇ ਇਸ ਦਾ ਸਹੀ ਉੱਤਰ ਮੇਰੇ ਖਿਆਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਵੀ ਬਣਦਾ ਹੈ। ਸੋ ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਚਰਿਤਰੋਪਾਖਿਆਨ ਕਿਸ ਗ੍ਰੰਥ ਵਿੱਚ ਸ਼ਾਮਲ ਹੈ? ਤਾਂ ਇਸ ਦਾ ਸਹੀ ਉੱਤਰ ਹੈ ਦਸਮ ਗ੍ਰੰਥ ਦੇ ਵਿੱਚ ਇਹ ਸ਼ਾਮਲ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਦੇ ਕਰਤਾ ਹਨ ਗੁਰੂ ਅਰਜਨ ਦੇਵ ਜੀ। ਇਸ ਤੋਂ ਅਗਲਾ ਪ੍ਰਸ਼ਨ ਹੈ ਦੋਸਤੋ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਵਿੱਚ ਬਾਣੀ ਦੇ ਮੂਲ ਸਿਧਾਂਤਾਂ ਦੀ ਸਰਲ ਵਿਆਖਿਆ ਹੈ। ਇਸ ਤੋਂ ਅਗਲਾ ਜੋ ਪ੍ਰਸ਼ਨ ਹੈ ਦੋਸਤੋ, ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਲਿਖੀ? ਸਹੀ ਉੱਤਰ ਹੈ 19। ਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਸ ਗੁਰੂ ਨੇ ਕੀਤੀ ਹੈ? ਤਾਂ ਇਸ ਦਾ ਸਹੀ ਉੱਤਰ ਗੁਰੂ ਹਰਗੋਬਿੰਦ ਜੀ ਆਵੇਗਾ। ਦੋਸਤੋ ਇਹ ਸੀ ਮਾਸਟਰ ਕੇਡਰ 2017 ਦਾ ਪੂਰਾ ਪੇਪਰ। ਉਮੀਦ ਕਰਦੇ ਹਾਂ ਇਹ ਲੈਕਚਰ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਲੈਕਚਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਾਹਿਤ ਸੰਸਾਰ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ। ਧੰਨਵਾਦ।